सतनाम करता पुरख निरभउ निर्वैर अकाल मूरत अजूनी सैभं गुर प्रसाद। सोई सुनंदड़ी मेरा तन मन मौला, नाम जपंदड़ी लाली पंद जुलंदड़ी मेरा अंदर ठंडा, गुरदर्शन देख निहाली पंद जुलंदड़ी मेरा अंदर ठंडा, गुरदर्शन देख निहाली। सतनाम वाहेगुरु साहिब जियो। राग सूही छंत महला पंजवा, कर दूजा एक ओंकार सतगुर प्रसाद। गोबिंद गुण गावन लागे, हर रंग अन दिन जागे। गोबिंद गुण गावन लागे, हर रंग अन दिन जागे। हर रंग जागे पाप भागे, मिले संत प्यारिया। गुर चरण लागे परम भागे, काज सगल सवारिया। सुन सरवण बाणी सहज जानी, हर नाम जप वड भागै। बिनवंत नानक शरण स्वामी, जियो पिंड प्रभ आगै। अनहत शब्द सुहावा, सच मंगल हर जस गावा। गुण गाए हर हर दुख नासे, रहस उपजय मन कणा। मन तन निर्मल देख दर्शन, नाम प्रभ का मुख पणा। होए रेन साधु प्रभ आराधु, आपने प्रभ पावा। बिनवंत नानक दया तारो, सदा हर गुण गावा। गुर मिल सागर तरया, हर चरण जपत निस्तरया। हर चरण ते आए सब फल पाए, मिटे आवन जाना। पाए भगत सुभाए हर जप, आपने प्रभ पावा। जप एक अलख अपार पूर्ण, तिस बिना नहीं कोई। बिनवंत नानक गुर परम खोया, जत देखा तत सोई। पतित पावन हर नामा, पूर्ण संत जना के कामा। गुरु संत पाया प्रभ ते आया, सगल इच्छा पुनिया। हाँ ताप बिन से सदा सरसे, प्रभ मिले चिरी बिछुन्नया। मन शांत आई वजी वधाई, मन हो कदे न विसरै। बिनवंत नानक सतगुर दृढ़ाया, सदा भज जगदीश्वरै। मन शांत आई वजी वधाई, मन हो कदे न विसरै। बिनवंत नानक सतगुर दृढ़ाया, सदा भज जगदीश्वरै। वाहिगुरु जी का खालसा, वाहिगुरु जी की फतेह। जुगो जुगो अटल धन धन गुरु ग्रंथ साहिब जी, गुरु पातशाह जी दी
ਅਪਰ ਅਪਾਰ ਅਜ਼ਮਤ ਬਖਸ਼ਿਸ਼ ਮਿਹਰਾਮਤ ਸ਼ਾਮ ਸਮੇਂ ਦਾ ਅਸੀਂ ਇਹ ਦੀਵਾਨ ਮਾਣ ਰਹੇ ਹਾਂ। ਸਾਡੇ ਦੀਵਾਨ ਵਰਚੁਅਲ ਹੁੰਦੇ ਨੇ ਡਿਊ ਟੂ ਕੋਵਿਡ-19 ਇੰਸਟਰਕਸ਼ਨਸ। ਆਪ ਘਰਾਂ ਥਾਵਾਂ ਤੋਂ ਗੁਰੂ ਸ਼ਬਦ ਦੀ ਆਭਾ ਨਾਲ ਆਪਣੇ ਆਪ ਨੂੰ ਮੰਡਿਤ ਕਰ ਪਾਉਂਦੇ ਹੋ, ਵਡਭਾਗਤਾ ਹੈ। ਲੜੀਵਾਰ ਗੁਰਬਾਣੀ ਵਿਆਖਿਆਨ ਦਾ ਸਮਾਂ ਹੈ। ਇਸ ਵਿੱਚ ਸੋਹੀ ਰਾਗ ਦੇ ਛੰਦਾਂ ਦੀ ਵਿਚਾਰ ਚੱਲ ਰਹੀ ਹੈ। ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਇਹ ਪਾਵਨ ਸ਼ਬਦ ਸੰਪੂਰਨ ਛੰਦ ਆਪ ਜੀ ਨੇ ਪਾਠ ਰੂਪ ਵਿੱਚ ਸਰਵਨ ਕੀਤਾ ਹੈ। ਇਸ ਪਾਵਨ ਛੰਦ ਦੇ ਪਹਿਲੇ 3 ਪਦੇ ਵਿਚਾਰੇ ਨੇ। 4 ਨੰਬਰ ਬੰਦ ਤੋਂ ਅੱਜ ਅਸੀਂ ਵਿਆਖਿਆ ਜੋ ਹੈ ਉਸ ਹਿੱਸੇ ਦੀ ਵਿਆਖਿਆ ਕਰਾਂਗੇ, ਉਹਦੇ ਨਾਲ ਸਾਂਝ ਪਾਵਾਂਗੇ। ਬਚਨ ਪ੍ਰਾਰੰਭ ਕਰ ਰਹੇ ਹਾਂ। ਗੁਰਦੇਵ ਜ਼ਿਕਰ ਕਰਦੇ ਪਤਿਤ ਪਾਵਨ ਹਰਿ ਨਾਮਾ ਪੂਰਨ ਸੰਤ ਜਨਾ ਕੇ ਕਾਮਾ। ਪਤਿਤ ਪਾਵਨ ਹਰਿ ਨਾਮਾ। ਜੇ ਆਪਾਂ ਗੁਰਮਤ ਗਲੋਸਰੀ ਨੂੰ, ਜਿਹੜੇ ਸ਼ਬਦਕੋਸ਼ ਕਹਿ ਲਵੋ, ਵੋਕੈਬਲਰੀ ਹੈ, ਉਸ ਨਾਲ ਥੋੜ੍ਹੇ ਫੈਮਿਲੀਅਰ ਹੋਈਏ ਅਤੇ ਜੋ ਗੁਰਬਾਣੀ ਦਾ ਮੈਸੇਜ ਆ, ਗੁਰਬਾਣੀ ਦਾ ਜੋ ਆਈਡੀਓਲੋਜੀ ਹੈ, ਦੈਟ ਵੀ ਕੈਨ ਈਜ਼ੀਲੀ ਗ੍ਰੈਬ। ਜਿਵੇਂ ਇੱਥੇ ਬਚਨ ਆ ਰਿਹਾ ਹੈ, ਪਤਿਤ ਲਫ਼ਜ਼ ਹੈ, ਪਾਵਨ ਲਫ਼ਜ਼ ਹੈ, ਹਰੀਨਾਮਾ ਲਫ਼ਜ਼ ਹੈ। ਇਹਦੇ ਬਾਬਤ ਸਾਡੀ ਅੰਡਰਸਟੈਂਡਿੰਗ ਕੀ ਹੈ? ਪਤਿਤ ਅਸੀਂ ਜੇ ਸਿੱਖ ਰਹਿਤਨਾਮਿਆਂ ਨੂੰ ਪੜ੍ਹੀਏ ਤੇ ਉਹਦੇ ਵਿੱਚ ਜੋ ਸ਼ਖਸ 4 ਕੁਰੈਤਾਂ ਨੂੰ ਧਾਰਨ ਕਰਦਾ ਜਾਂ 4 ਵਿੱਚੋਂ ਕੋਈ ਇੱਕ ਕੁਰੈਤ ਕਰਦਾ ਆ, ਉਹ ਪਤਿਤ ਹੋ ਜਾਂਦਾ ਹੈ। ਮਤਲਬ ਲੈਵਲ ਤੋਂ ਡਿੱਗ ਜਾਣਾ। ਸੋ ਪਤਿਤ ਦਾ ਭਾਵ ਲਵੋ, ਜਿਹੜਾ ਸ਼ਖਸ ਇੱਕ ਲੈਵਲ ਤੋਂ ਥੱਲੇ ਆ ਗਿਆ। ਹੁਣ ਇਹ ਹੈ ਜੋ ਹਿਊਮੈਨਿਟੀ ਹੈ, ਜਿਸ ਨੂੰ ਅਸੀਂ ਮਨੁੱਖਤਾ ਕਹਿੰਦੇ ਆ, ਇਹ ਐਥਿਕਸ ਦਾ ਨਾਂ ਆ, ਇਹ ਇੰਟੀਗ੍ਰਿਟੀ ਦਾ ਨਾਂ ਆ, ਇਹ ਹਿਊਮੈਨਿਟੀ ਦੇ ਜੋ ਪ੍ਰਿੰਸੀਪਲਸ ਨੇ ਉਸ ਨੂੰ ਫੋਲੋ ਕਰਨ ਦਾ ਨਾਂ ਆ। ਇਹਨਾਂ ਵਿੱਚ ਕਿਤੇ ਵੀ ਕੰਪਰੋਮਾਈਜ਼ ਹੁੰਦਾ ਹੈ, ਕਿਸੇ ਲੈਵਲ ਦਾ ਵੀ। ਇਹਨਾਂ ਵਿੱਚ ਕਿਤੇ ਵੀ ਲੈਕਿੰਗ ਹੁੰਦੀ ਹੈ, ਬੰਦਾ ਆਪਣੇ ਲੈਵਲ ਤੋਂ ਥੱਲੇ ਆ ਗਿਆ। ਮਤਲਬ ਇਹ ਜਿਹੜੀ ਪਾਪ ਪੁੰਨ ਦੀ ਪਰਿਭਾਸ਼ਾ ਤੇ ਜਿਹਦੇ ਸਦਕਾ ਬੰਦੇ ਨੂੰ ਪਾਪੀ ਆ ਉਹ ਸਭ ਗਰਦਾਨਿਆ ਗਿਆ, ਗੁਰਮਤਿ ਆਸ਼ੇ ਨੇ ਇਸ ਸਾਰੇ ਨੂੰ ਬੜੇ ਪ੍ਰੈਕਟੀਕਲ, ਬੜੇ ਰੈਸ਼ਨਲਾਈਜ਼ ਵੇ ਦੇ ਨਾਲ, ਬੜੇ ਸਮਝ ਆ ਸਕਣ ਵਾਲੇ ਤੇ ਜੀਵਨ ਦੇ ਭਲਾ ਕਰ ਸਕਣ ਵਾਲੇ ਕੌਨਸੈਪਟ ਵਿੱਚ ਸਮਝਾਇਆ। ਜਿਵੇਂ ਸਪੋਜ਼ ਇਹਨੂੰ ਸਰਲ ਕਰਕੇ ਹੋਰ ਬਿਆਨ ਕਰਾਂ, ਸਾਡੇ ਸਮਾਜਾਂ ਦੇ ਵਿੱਚ ਸੁੱਚ ਪਿੱਟ ਇਹਦਾ ਬੜਾ ਰਿਹਾ, ਅਜੇ ਤੱਕ ਵੀ ਹੈ। ਦੇਰ ਆਰ ਸਮ ਐਕਸਪਲੇਨੇਸ਼ਨ ਈਵਨ, ਜਿਹੜੇ ਜਦੋਂ ਕੋਵਿਡ ਆਇਆ ਅਤੇ ਉਹਦੇ ਕਰਕੇ ਜਿਹੜੀ ਫਿਜ਼ੀਕਲ ਡਿਸਟੈਂਸਿੰਗ ਸੀਗੀ, ਇਹਦੀ ਬਾਤ ਕੀਤੀ ਗਈ। ਵਾਰ-ਵਾਰ ਹਾਈਜੀਨ ਦੇ ਲੈਵਲ 'ਤੇ ਹੱਥ ਧੋਣ ਦੀ ਗੱਲ ਕੀਤੀ ਗਈ ਸਾਰੀ। ਸਾਡੇ ਘਰ ਵਿੱਚ ਵੀ ਕੁਝ ਲੋਕ ਸੀ ਜਿਨ੍ਹਾਂ ਕਿਹਾ ਕਿ ਦੇਖੋ ਜੀ, ਸਾਡਾ ਤੇ ਇਸ ਕਿਸਮ ਦਾ ਇੱਕ ਸੈਕਟ ਜਿਹੜਾ ਹੈਗਾ, ਉਹਨਾਂ ਕਿਹਾ ਕਿ ਇੱਥੇ ਬਿਲਕੁਲ ਮਰਿਆਦਾ ਵਾਪਸ ਆ ਰਹੀ ਹੈ, ਆਹ ਚੀਜ਼ਾਂ ਹੋ ਰਹੀਆਂ ਨੇ। ਇਸ ਤਰੀਕੇ ਨਾਲ ਤੁਸੀਂ ਸਭ ਸੁਣਿਆ ਪੜ੍ਹਿਆ ਹੋਣਾ ਉਹ ਸਾਰੇ ਰੂਪ ਦੇ ਵਿੱਚ। ਹਕੀਕਤ ਇਹ ਹੈ, ਲੋਕ ਇਹੋ ਜਿਹਾ ਜੀਵਨ ਕਦੇ ਵੀ ਨਹੀਂ ਚਾਹੁੰਦੇ। ਕਿਉਂ ਨਹੀਂ ਚਾਹੁੰਦੇ? ਕਿਉਂਕਿ ਜਿਹੜੀ ਹਿਊਮਨ ਟੂ ਹਿਊਮਨ ਕਨੈਕਸ਼ਨ ਆ, ਮਤਲਬ ਕਿਸੇ ਨੂੰ ਮਿਲਣਾ, ਹੱਥ ਮਿਲਾਉਣਾ, ਹੱਗ ਕਰਨਾ, ਨੇੜੇ ਹੋਣਾ, ਇਹ ਸਭ ਚੀਜ਼ਾਂ। ਜੇ ਬੰਦਾ ਬੰਦੇ ਤੋਂ ਨਫ਼ਰਤ ਕਰੇ ਤੇ ਬਹੁਤ ਜ਼ਿਆਦਾ, ਕਿੰਨਾ ਸਿੰਪਲ ਬਚਨ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸੁੱਚੇ ਇਹ ਨਾ ਆਖੀਆਂ ਬਹਿਣ ਜੇ ਪਿੰਡਾ ਧੋਏ। ਆਪਣੇ ਪਿੰਡੇ ਨੂੰ ਹੀ ਧੋਈ ਜਾਣਾ, ਇਹ ਧੋ ਕੇ ਹੀ ਸੁੱਚੇ ਹੋ ਜਾਣਾ। ਖਾਸ ਕਰਕੇ ਸਪਿਰਿਚੁਅਲ ਜਾਂ ਰਿਲੀਜੀਅਸ ਬੈਟਰਮੈਂਟ ਵਾਸਤੇ। ਬਾਬਾ ਜੀ ਕਹਿੰਦੇ ਇਹ ਕੋਈ ਧਰਮ ਕਰਮ ਨਹੀਂ ਹੈਗਾ, ਇਹਦੇ ਜਸਟ ਇੱਕ ਨੌਨਸੈਂਸ ਬਿਹੇਵੀਅਰ ਆ ਜਿਹੜਾ ਬੰਦਾ ਅਡਾਪਟ ਕਰਕੇ ਆਪ ਸੁੱਚਾ ਬਣਦਾ, ਦੂਜੇ ਨੂੰ ਨੀਵਾਂ ਵਿਖਾਉਂਦਾ।
ਸੁਚਮਤਾ ਦਾ ਮਾਇਨਾ ਸਮਝੋ। ਸੁੱਚੇ ਇਹ ਨਾ ਆਖੀਐ ਬਹਿਣ ਚ ਪਿੰਡਾ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਰੱਬ ਵਿੱਚ, ਜਿਨ੍ਹਾਂ ਦੇ ਮਨ ਵਿੱਚ ਰੱਬ ਬੈਠਾ ਆ ਕੇ ਰੱਬ ਵਸ ਗਿਆ, ਭੈ ਹੁੰਦਾ ਉਹਦਾ, ਉਹਦੇ ਨਿਰਮਲ ਭੈ ਵਿੱਚ ਰਹਿੰਦੇ ਨੇ। ਜਦੋਂ ਕੁਝ ਬੋਲਦੇ, ਕੁਝ ਵਿਹਾਰ ਕਰਦੇ, they always live under the supervision of highest thought, that oh my conscious, you are always get observed by the mother nature, by the existence। ਉਹ ਹਰ ਵਕਤ ਤੈਨੂੰ ਵੇਖ ਰਹੀ, ਨਾਪ ਰਹੀ, ਤੋਲ ਰਹੀ ਹੈ ਉਸ ਰੂਪ ਦੇ ਅੰਦਰ। ਇਸ ਸਭ ਦੇ ਵਿੱਚੋਂ ਤੂੰ ਆਪਣੇ ਆਪ ਨੂੰ ਮਾਈਨਸ ਨਹੀਂ ਕਰ ਸਕਦਾ। ਇੱਥੇ ਫਿਰ ਬੰਦੇ ਦੇ ਅੰਦਰ ਜਿਹੜਾ ਲੈਵਲ ਤੋਂ ਡਿੱਗ ਜਾਣ ਵਾਲਾ ਮਸਲਾ ਹੈ ਉਹ ਖਤਮ ਹੋ ਜਾਂਦਾ ਹੈ। ਇਸ ਨੂੰ ਜੇ ਮੈਂ ਸਾਖੀਨੁਮਾ ਰੂਪ ਵਿੱਚ ਬਿਆਨ ਕਰਾਂ ਤੇ ਆਪਾਂ ਗੁਰੂ ਸਾਹਿਬ ਦੇ ਜੀਵਨ ਕਾਲ ਵਿੱਚ ਵੇਖਦੇ ਹਾਂ, ਮਹਾਰਾਜ ਹਰਿਦੁਆਰ ਨੇ ਤੇ ਉੱਥੇ ਬੜੇ ਰੈਸ਼ਨਲ ਵੇ ਦੇ ਨਾਲ ਸੱਚ ਸਮਝਾਇਆ ਗੁਰੂ ਬਾਬਾ ਜੀ ਨੇ। ਉੱਥੇ ਸਾਹਿਬ ਮਹਾਰਾਜ ਦਾ ਟਿਕਾਣਾ ਹੋਇਆ ਤੇ ਹੋਇਆ ਇਹ ਕਿ ਸਾਹਮਣੇ ਇੱਕ ਵਿਪਰ ਹੈ, ਬ੍ਰਾਹਮਣ ਕਹਿ ਲਓ, ਉਹ ਸਵੇਰੇ ਸਵੇਰੇ ਆਪਣੀ ਰਸੋਈ ਪਕਾ ਰਿਹਾ ਤੇ ਉਹਦੇ ਲਈ ਉਹ ਬੜਾ ਪੋਚਾ ਲਗਾ ਰਿਹਾ, ਨਵਾਂ ਚੁੱਲ੍ਹਾ ਪੱਟ ਰਿਹਾ ਮਿੱਟੀ ਦੇ 'ਚ ਸਾਰਾ, ਉੱਥੇ ਗੋਬਰ ਵਗੈਰਾ ਲਗਾ ਕੇ ਸਭ ਕਾਰ ਕੱਢ ਕੇ ਸਾਰੀ, ਤੇ ਉਹਦੇ ਵਿੱਚ ਉਹ ਆਪਣੇ ਸੁੱਚੇ ਭਾਂਡੇ ਲੈ ਕੇ ਸਭ ਕਰਨ ਲੱਗਾ। ਗੁਰੂ ਨਾਨਕ ਸਾਹਿਬ ਸਭ ਕੁਝ ਨਿਹਾਰ ਰਹੇ ਨੇ, ਦੇਖ ਰਹੇ ਨੇ। ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਜੀ ਕਿਹਾ ਕਿ ਭਾਈ ਮਰਦਾਨਾ ਜੀ ਵੇਖ ਰਹੇ ਹੋ ਸਭ ਕੁਝ? ਕਹਿੰਦੇ ਹਾਂ ਦੇਖ ਰਹੇ ਹਾਂ। ਸਭ ਕਹਿੰਦੇ ਠੀਕ ਹੈ, ਆਪਾਂ ਇਸ ਨੂੰ ਸਿੱਖਿਆ ਦੇਣੀ ਹੈ। ਉਹਦੀ ਹੁਣ ਤੱਕ ਦੀ ਮਨੋਤ ਕੀ ਹੈ ਕਿ ਜੇ ਕਿਸੇ ਨੇ ਹੱਥ ਲਾਤਾ ਪਿੱਟ ਜਾਏਗਾ, ਪਤਿਤ ਹੋ ਜਾਏਗਾ। ਜੇ ਕਿਸੇ ਨੇ ਪੈਰ ਰੱਖਤਾ ਮੇਰੇ ਚੌਂਕੇ 'ਚ ਪਤਿਤ ਹੋ ਜਾਵਾਂਗਾ। ਜੇ ਕੋਈ ਚੀਜ਼ ਕਿਸੇ ਹੋਰ ਧਰਮ, ਖਾਸ ਕਰਕੇ ਸ਼ੂਦਰ, ਅਛੂਤ, ਉਹਦੇ ਹੱਥ ਦੀ ਲੱਗੀ ਪਹੁੰਚ ਗਈ, ਮਲੇਛ ਦਾ ਹੱਥ ਲੱਗ ਗਿਆ, ਮੈਲਾ ਹੋ ਜਾਏਗਾ, ਨੀਵਾਂ ਤਵਾਜ਼ਨ ਤੋਂ ਡਿੱਗ ਜਾਏਗਾ। ਗੁਰੂ ਬਾਬਾ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਜਦੋਂ ਸਾਰਾ ਕੁਝ ਕਰ ਲਿਆ, ਉਹਨੇ ਚੁੱਲ੍ਹਾ ਰੱਖ ਲਿਆ, ਅੱਗ ਬਾਲ ਲਈ। ਬਾਬਾ ਜੀ ਕਹਿੰਦੇ ਮਰਦਾਨਾ ਜੀ ਜਾਓ ਤੇ ਬਿਨਾਂ ਸ਼ੱਕ ਜਿੰਨਾ ਮਰਜ਼ੀ ਰੌਲਾ ਪਾਏ, ਜਿਹੜਾ ਉਹਦਾ ਚੌਂਕਾ ਉਹਦੇ 'ਚ ਪੈਰ ਰੱਖਣਾ ਜਾ ਕੇ ਪੱਕਾ। ਗੱਲ ਸਮਝਾਉਣ ਦਾ ਤਰੀਕਾ ਆ। Sometimes people say it's not the Baba Guru Nanak Sahib's business what other people are doing। ਬਿਲਕੁਲ ਠੀਕ ਹੈ, ਪਰ ਹਕੀਕਤ ਇਹ ਹੈ ਜਦੋਂ ਤੁਸੀਂ ਦੂਜੇ ਲੋਕਾਂ ਨੂੰ, ਖਾਸ ਕਰਕੇ ਜਿਹੜੇ ਇਲੀਟਰੇਟ ਨੇ, ਜਿਨ੍ਹਾਂ ਦੇ 'ਚ ਸੋਝੀ ਨਹੀਂ ਹੈ ਤੇ ਜਿਨ੍ਹਾਂ ਨੇ ਸਮਾਜ ਨੂੰ ਲੀਡ ਕਰਨ ਦਾ ਠੇਕਾ ਲਿਆ ਧਾਰਮਿਕ ਤੌਰ 'ਤੇ, ਸੋਸ਼ਲ ਸਾਈਡ ਤੋਂ, ਪੋਲੀਟੀਕਲ ਸਾਈਡ ਤੋਂ, ਭਾਈ ਜੇ ਉਹਨਾਂ ਦੀ ਮਿਸਟੇਕ ਇਕੱਲਿਆਂ ਦੀ ਵੀ ਹੋਏ ਤੇ ਉਹ ਸਾਰੇ ਸਮਾਜ 'ਤੇ ਪ੍ਰਭਾਵ ਪਾਉਂਦੀ। ਜਿਹੜੀ ਸ਼੍ਰੇਣੀ ਸਾਰੇ ਸਮਾਜ ਨੂੰ ਲੀਡ ਕਰ ਰਹੀ ਹੈ ਉਹਦੇ ਲਈ ਤੇ ਬਿਲਕੁਲ ਉਹ ਤੇ ਚੀਜ਼ ਹੋ ਰਿਹਾ ਉਸ ਰੂਪ ਦੇ ਵਿੱਚ। ਖੈਰ ਜਿਹੜੀ ਬਾਤ ਹੋਈ ਉਹ ਕੁਝ ਇਸ ਰੂਪ ਵਿੱਚ ਹੋਈ ਕਿ ਭਾਈ ਮਰਦਾਨਾ ਜੀ ਨੇ ਗਏ ਤੇ ਉਹ ਜਾ ਕੇ ਉਹ ਬੜਾ ਪਿੱਟਿਆ, ਬੜਾ ਰੌਲਾ ਪਾਇਆ। ਭਾਈ ਮਰਦਾਨਾ ਜੀ ਨੇ ਪੈਰ ਰੱਖਤਾ, ਉਹ ਪੈਰ ਰੱਖਤਾ ਤੇ ਉਹ ਬੜਾ ਗੁੱਸੇ 'ਚ ਆ ਗਿਆ। ਉਸਨੇ ਬਲਦੀ ਹੋਈ ਲੱਕੜ ਵਿੱਚੋਂ ਕੱਢੀ ਆਪਣੇ ਚੁੱਲ੍ਹੇ 'ਚੋਂ ਤੇ ਭਾਈ ਮਰਦਾਨਾ ਜੀ ਦੇ ਮਗਰ ਲੱਗ ਗਿਆ। ਭਾਈ ਮਰਦਾਨਾ ਜੀ ਸਿੱਧੇ ਗੁਰੂ ਨਾਨਕ ਸਾਹਿਬ ਕੋਲ ਆ ਗਏ। ਗੁਰੂ ਨਾਨਕ ਸਾਹਿਬ ਦੇ ਪਿੱਛੇ ਆ ਖੜ ਗਏ। ਬਾਬਾ ਜੀ ਅੱਗੇ ਸੀ ਕਿ ਬਾਬਾ ਜੀ ਨੇ ਕਿਹਾ, ਵਿਪਰ ਮਹਾਰਾਜ ਇੰਨਾ ਗੁੱਸਾ ਸਵੇਰੇ ਸਵੇਰੇ? ਬਾਕੀ ਗੱਲ ਇਹ ਹੈ ਕਿ ਤੁਸੀਂ ਇੱਕ ਕੰਮ ਬੜਾ ਵਧੀਆ ਕਰ ਰਹੇ ਹੋ, ਸਾਨੂੰ ਅੱਗ ਦੀ ਲੋੜ 'ਚ ਅਸੀਂ ਬੰਦਾ ਭੇਜਿਆ ਸੀ ਤੁਹਾਡੇ ਕੋਲ ਲੈਣ ਵਾਸਤੇ ਤੇ ਤੁਸੀਂ ਆਪ ਹੀ ਦੇਣ ਲਈ ਆ ਗਏ, ਬੜਾ ਧੰਨਵਾਦ। ਉਹ ਕਹਿੰਦਾ ਜੀ ਅੱਗ ਦੇਣ ਨਹੀਂ ਆਇਆ ਮੈਂ। ਨਾ ਨਾ ਨਾ, ਭੁੱਲ ਜਾਓ, ਮੈਂ ਤੇ ਤੁਹਾਡੇ ਬੰਦੇ ਨੂੰ ਸਾੜਨ ਆਇਆ। ਬਾਬਾ ਜੀ ਕਹਿੰਦੇ ਨਾ ਵਿਪਰ ਜੀ, ਇੱਥੇ ਹਿੰਸਾ ਇਹ ਨਹੀਂ ਕਰਨੀ ਚਾਹੀਦੀ, ਇਹ ਠੀਕ ਨਹੀਂ। ਖੈਰ ਉਹ ਕਹਿੰਦੇ ਤੁਹਾਨੂੰ ਪਤਾ ਇਹਨੇ ਕੀ ਕੀਤਾ ਹੈ? ਬਾਬਾ ਜੀ ਨੇ ਕੀ ਕੀਤਾ ਹੈ? ਕਹਿਣ ਲੱਗਾ ਇਹਨੇ ਮੈਨੂੰ ਪਤਿਤ ਕਰਦਾ ਹੈ, ਇਹਨੇ ਮੇਰਾ ਚੌਂਕਾ ਪਿੱਟਦਾ ਹੈ, ਇਹਨੇ ਮੇਰੀ ਸਾਰੀ ਮਿਹਨਤ ਤੇ ਪਾਣੀ ਫੇਰਦਾ। ਬਾਬਾ ਜੀ ਉਹਨੂੰ ਬਾਂਹ ਤੋਂ ਫੜਦੇ, ਬਿਠਾ ਲੈਂਦੇ ਥੱਲੇ, ਕਹਿੰਦੇ ਜਿਹਨੂੰ ਤੂੰ ਜਲਾਣਾ ਚਾਹੁੰਦਾ, ਸਾੜਨਾ ਚਾਹੁੰਦਾ, ਜੇ ਤੇ ਇੰਨਾ ਗੁੱਸਾ ਕਰ ਰਿਹਾ ਆ, ਤੈਨੂੰ ਉਹਦੇ ਹੱਥਾਂ ਦਾ ਜਾਦੂ ਵਿਖਾਈਏ ਤੈਨੂੰ। ਕਿਆ ਮਰਦਾਨਾ ਜੀ, ਰਬਾਬ ਦੀਆਂ ਤਰਬਾਂ ਸੁਰ ਕਰੋ, ਬਾਣੀ ਆਈ ਹੈ। ਭਾਈ ਮਰਦਾਨਾ ਜੀ ਨੇ ਰਬਾਬ ਸੁਰ ਕੀਤੀ, ਹੱਥ ਰਬਾਬ ਦੀਆਂ ਤਾਰਾਂ ਤੇ ਰੱਖੇ। ਅਸੀਂ ਸ਼ਬਦ ਪੜ੍ਹਦੇ ਹਾਂ, ਕੁਬੁੱਧ ਡੂਮਣੀ ਕੁਦਇਆ ਕੁਸੈਨ ਪਰ ਨਿੰਦਾ ਘਟ ਚੂੜੀ। ਮਹਾਰਾਜ ਨੇ ਬਿਆਨ ਕੀਤਾ, ਤੂੰ ਕਿਸ ਗੱਲ ਤੋਂ ਕਲਪਿਆ ਸੀਗਾ? ਇਸ ਕਰਕੇ ਕਿ
क्योंकि इन्हें पैर रख दिता तो ये डूम है, डूम नीवा मन्निया जाता, अछूत मन्निया जाता, तो उहदे करके सब चीज़ भिट गई। वो भले बंदे फिजिकल साइड तो ये पैर रखण दे नाल ये चीज़ नहीं भिटी, ना कुछ भिटदा है। जिहड़ी चीज़ भिटी जाती है वह है कबुद्ध डूमनी। डूम दी घर वाली लेडीज़ के साइड तो बात की जाए, फैमिनिन साइड तो उन्होंने तो वैसे ही नापाक मन्निया जाता कि धर्म कर्म कोई जगह ही नहीं। तो खास करके जे वो किसी अछूत या शुद्र फैमिली चो आए फिर तो कमाल ही है, फिर तो उन्होंने वाकई जी कोई हकूक ना बचेगा। साहब ने कहा कबुद्ध डूमनी, जेड़ी तेरे अंदर पई हुई सब तो माड़ी चीज़ जी तेन जेरे पूरे जीवन में पिट रही है, कबुद्ध मेन इलिटरेशन, कबुद्धि तेरी बौद्धिक लैवल का तवाजन का डिग जाना तेन पतित कर रहा है, ਇਹਦਾ पैर रखना नहीं गा। सो पतित की परिभाषा बदल रही है। कबुद्ध डूमनी, कुदया कसायण, कसाई कसाइयां दे वेड़े नहीं रहना चाहिए। ये तो गुरु ग्रंथ साहब ने बख्शिश की, धरती की कोई किरत माड़ी नहीं गई, हर किरत नूं गुरु साहब ने कहा पाक साफ है। जे इत्थे ते खल्लां लाउण वाले, जुत्तियां गंढण वाले, उन्होंने संत रूप किया, भगत किया, उन्होंने कहा ब्रह्म ज्ञानी ने साडे भगत रविदास सरीखियां रूहां। पर हाँ ये नाल ही भगत सदना वर्गे जिन्हां दी ट्रेडिशनल जिहड़ी खास करके समाज ने जिवें तय किया है, वो तो मास कट्टण दी उन्हां दी क्रिया सारे दी सारी उनका वो सब कारज है। सो इत्थे जाके पता लगता है कि कसाइयां तो लोग बड़ी नफरत करते उस रूप दे। सब कहिंदे वो जे तो नफरत करनी है वो बाहर नहीं तेरे अंदर है। कुदया कसायण, कुदया ऐसी वृत्ति जो तेनू दया तो कंपैशन तो दूर लेके जा रही है। बंदा वाइज साइड तो लो हो गया आ, इंटलैक्ट साइड तो लोअर इंटलैक्ट जा रहा आ। बंदा कंपैशन दे लैवल ते लैकिंग कर रहा आ, वो बंदा पतित है, वो बंदा नीवा आ। ਉਹਦੀਆਂ ਚੋਇਸਸ ਠੀਕ ਨਹੀਂ ਹੋਣਗੀਆਂ, ਉਹਦੇ ਐਕਸ਼ਨਸ ਠੀਕ ਨਹੀਂ ਹੋਣਗੇ, ਉਹਨੂੰ ਖੁਦ ਨੂੰ ਦੁੱਖ ਦੇਣਗੇ, ਦੂਜਿਆਂ ਨੂੰ ਦੁੱਖ ਦੇਣਗੇ, ਇਥੋਂ ਪਾਪ ਜਨਮ ਲਏਗਾ। ਕਬੁੱਧ बुद्धि तो वहीना बंदा कैसियां चॉइसेस बनाएगा, आप सोच के देखो। दया तो वहीना बंदा कबुद्ध डूमनी कुदया कसैन, पर निंदा घट चूहड़ी। मतलब है साडे ते समुची एक कंप्लीट ट्रांसफॉर्मेशन कराई ना गुरमत ने, भगतां ने, गुरु साहिबान ने। अदरवाइज लोगों को स्पैसीफिकली लास्ट नेम लैके, खास करके जिहड़े लोग दबे कुचले जिन्होंने कहा गया सीगा उन्होंने बुलाया जाता, चढ़ाया जाता। बाबा जी ने मिसाल दी है थे, जिसने कूड़ा चकना आ उसनों इस रूप दे विच इनाम दिता गया। साहब कहिंदे वो बंदे धरती का जिहड़ा इहो जिहा काम करने वाले लोग ने, जिवें इन्हूं होर रंग च बयान करा। साडे घर दे महाराज ने किते बयान किया कि जेकर बंदा धरती की मैल चुकदा आ, मैला साफ करदा आ, वो तो बड़ी वड्डी कार कर रहा इस कुदरत दे विच। मदर नेचर ने जिहड़ा सब तो वड्डा सिस्टम देखो, वी ऑल ईट फूड्स, वी ऑल ईट ग्रेन्स, फ्रूट, ऑल दीज थिंग्स, बट द बेस्ट जिहड़ा फ्रूट आ, जिहड़ा बेस्ट ग्रेन आ, जिहड़ा बेस्ट साडे वास्ते फूड जनरेट हुंदा आ, उहदे वास्ते मैन्यूर चाहिदा। जिड्डा मैन्यूर वधिया होएगा, जिहदे विचों बहुत जिहड़ी है गले होए दी स्मैल आएगी, सब कुछ उहदे विचों कमाल दा जिहड़ा हैगा फ्रूट पैदा होएगा, कमाल दा फूड जनरेट होएगा। सो इसलिए जिहड़ा मैन्यूर आ वो किवें माड़ा हो सकदा है, ये समझो समाजां दे विच। गुरु महाराज ने कहा पर निंदा, तू बाहर ले गंदगी तो बड़ी नफरत करदा है, बाहर जे कोई सफाई भी कर दे उन्होंने तो भी बड़ी नफरत करदा है, जिहड़ी तेरे अंदर गंदगी पई है पर निंदा। दूसरियां दी हर वक्त जिहड़ा आ
ਉਹਨਾਂ ਦੇ ਫਾਲਸ ਨੂੰ ਨੋਟ ਕਰਨਾ, ਉਹਨਾਂ ਦੇ ਬਾਰੇ ਬਖੀਲਗੀ ਕਰਨੀ, ਉਹਨਾਂ ਬਾਰੇ ਜਿਹੜੀ ਹੈ ਬੈਡ ਟਾਕ ਕਰਨੀ, ਇਹ ਸਾਰੀ ਪ੍ਰਵਿਰਤੀ ਸਾਹਿਬ ਕਹਿੰਦੇ ਇਹ ਤੈਨੂੰ ਨੀਵਾਂ ਲਿਆ ਰਹੀ ਹੈ, ਇਹਦੇ ਕਰਕੇ ਪਤਿਤ ਹੋ ਰਿਹਾ ਤੂੰ। ਸੋ ਪਤਿਤ ਦੀ ਪਰਿਭਾਸ਼ਾ ਬਦਲੀ ਹੈ ਅੱਜ ਦੀ ਦੁਨੀਆ 'ਚ। ਸਮ ਟਾਈਮ ਯੰਗਸਟਰ ਆਸਕ ਮੀ, ਭਾਈ ਸਾਹਿਬ, ਡੂ ਆਵਰ ਗੁਰਬਾਣੀ ਹੈਵ ਐਨੀ ਸਿਗਨੀਫਿਕੇਸ਼ਨ ਇਨ ਮਾਡਰਨ ਵਰਲਡ? ਤੇ ਮੈਂ ਉਹਨਾਂ ਨੂੰ ਬੜੇ ਓਪਨ ਮਾਈਂਡਡ ਹੋ ਕੇ ਵੱਲ ਗੱਲ ਕਹੀ ਨਾ, ਐਜ਼ ਆਈ ਅੰਡਰਸਟੈਂਡ, ਆਈ ਥਿੰਕ ਗੁਰਬਾਣੀ ਹੈ ਦਾ ਹਾਈਐਸਟ ਲੈਵਲ ਆਫ ਸਿਗਨੀਫਿਕੇਸ਼ਨ ਇਨ ਦਿਸ ਵਰਲਡ। ਜਿੰਨਾ ਆਪਦੀ ਅਸੀਸ ਨਾਲ ਮੈਂ ਮੈਂਟਲ ਹੈਲਥ 'ਚ ਇਨਵੋਲਵ ਹੈਗਾ, ਕਾਉਂਸਲਿੰਗ 'ਚ ਇਨਵੋਲਵ ਹੈਗਾ, ਐਡਿਕਸ਼ਨ 'ਚ ਇਨਵੋਲਵ ਹੈਗਾ, ਐਡਿਕਸ਼ਨ ਕਾਉਂਸਲਿੰਗ ਦੇ ਵਿੱਚ ਲੰਬੇ ਸਮੇਂ ਤੋਂ ਟਰਾਈ ਕਰਦਾ। ਸਾਡੀ ਐਜੂਕੇਸ਼ਨ ਦਾ ਪਾਰਟ ਵੀ ਹੈ, ਵੱਖਰੇ ਵੱਖਰੇ ਕੋਰਸਿਸ ਕਰਨੇ, ਐਜੂਕੇਟ ਕਰਨਾ, ਲੇਟੈਸਟ ਡਾਟਾ ਜਿਹੜਾ ਮਿਲਦਾ, ਲੇਟੈਸਟ ਜਿਹੜੀ ਸਾਡੇ ਕੋਲ ਖਾਸ ਕਰਕੇ ਐਵੀਡੈਂਸ ਬੇਸਡ ਅਪਰੋਚ ਹੁੰਦੀ ਹੈ, ਜਿੰਨਾ ਐਵੀਡੈਂਸ ਮਿਲਦਾ ਆ ਸਾਇੰਸ ਵਾਲੀ ਸਾਈਡ ਤੋਂ, ਹਰ ਜਗ੍ਹਾ ਤੋਂ ਸਾਰਾ ਸਾਇੰਸ ਅਸੀਂ ਆਪਣੇ ਆਪ ਨੂੰ ਅਪਡੇਟ ਕਰਦੇ ਹਾਂ ਉਹਦੇ ਨਾਲ। ਉਹ ਸਾਰੇ ਨੂੰ ਜੇ ਅਸੀਂ ਅਨਾਲਿਸਿਸ ਕਰਕੇ ਲੈ ਕੇ ਆਈਏ ਤੇ ਪਤਾ ਹੀ ਲੱਗਦਾ ਆ ਜੋ ਗੁਰਮਤਿ ਤੇ ਗੁਰਬਾਣੀ ਸਿਖਾ ਰਹੀ ਹੈ ਕਿੰਨਾ ਮੀਨਿੰਗਫੁਲ ਹੈ, ਕਿੰਨਾ ਪ੍ਰੈਕਟੀਕਲ ਆ, ਕਿੰਨਾ ਯੂਜ਼ਫੁਲ ਆ। ਸੋ ਸਾਹਿਬ ਦੀ ਬਾਤ ਕਰਦੇ, ਪਤਿਤ ਦੇ ਮਾਇਨੇ ਜਾਣੋ। ਜਿਹੜੀ ਸਿੱਖੀ ਹੈ ਨਾ, ਇਹ ਤੇ ਪਿਆਰ ਹੈ। ਜਿੰਨਾ ਤੁਸੀਂ ਕਿਸੇ ਚੀਜ਼ ਦੇ ਵਿੱਚ ਆਪਣੇ ਆਪ ਨੂੰ, ਜਿਵੇਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਗੁੰਨ ਜਾਣਾ, ਮਿਕਸ ਹੋ ਜਾਣਾ, ਮਰਜ ਹੋ ਜਾਣਾ, ਜਿੰਨੇ ਗੁਣ ਸਾਡੇ ਜੀਵਨ 'ਚ ਮਰਜ ਹੋ ਜਾਣਗੇ, ਮਿਕਸ ਹੋ ਜਾਣਗੇ। ਮਤਲਬ ਤੁਸੀਂ ਕਿਸੇ ਬੰਦੇ ਨੂੰ ਯਾਦ ਕਰਦੇ ਹੋ, ਤੁਸੀਂ ਉਹ ਜਦੋਂ ਯਾਦ ਕਰਦੇ ਹੋ ਰਾਈਟ ਵੇ, ਯੂ ਗੈਟ ਦਾ ਆਈਡੀਆ ਵਟ ਕਾਈਂਡ ਆਫ ਕੈਲੀਬਰ, ਕਰੈਕਟਰ, ਪਰਸਨੈਲਿਟੀ ਦੈਟ ਇੰਡੀਵਿਜੂਅਲ ਇਜ਼ ਹੋਲਡਿੰਗ। ਇਹ 'ਚ ਪਤਾ ਲੱਗਾ ਕਿ ਉਹ ਬੰਦਾ ਜਦੋਂ ਤੁਸੀਂ ਨਾਂ ਲੈ ਰਹੇ ਹੋ, ਉਹ ਕਿੰਨਾ ਚੀਜ਼ਾਂ ਦੇ ਨਾਲ ਬਣਿਆ ਆ। ਮਿੱਟੀ ਦੇ ਤੇ ਸਾਰੇ ਹੀ ਬਣੇ ਆ ਸੀ, ਪਰ ਐਕਚੁਅਲ ਲੈਵਲ ਤੇ ਜਿਹਦੇ ਨਾਲ ਬੰਦਾ ਬਣਿਆ ਆ ਉਹ ਹੈ ਵਰਚੂਸ, ਉਹ ਹੈ ਕੁਆਲਿਟੀਜ਼, ਉਹ ਹੈਗੇ ਨੇ ਜਿਹੜੇ ਬੰਦੇ ਦੇ ਵੱਖਰੇ ਵੱਖਰੇ ਕਰੈਕਟਰਿਸਟਿਕਸ ਹੈਗੇ ਨੇ ਉਸ ਰੂਪ ਦੇ ਵਿੱਚ। ਜਦੋਂ ਬੰਦੇ ਦੇ ਅੰਦਰ, ਮੈਂ ਦਇਆ ਦੀ ਗੱਲ ਕੀਤੀ ਹੈ, ਪ੍ਰੇਮ ਹੈ, ਧੀਰਜ ਹੈ, ਬੈਰਾਗ ਹੈ, ਧਰਮ ਹੈ, ਸਨੇਹ ਹੈ, ਇਹ ਚੀਜ਼ਾਂ ਭਰੀਆਂ ਜਾਣਗੀਆਂ ਅੰਦਰ। ਇਹਦੀ ਡੈਮੋਸਟ੍ਰੇਸ਼ਨ ਦਾ ਨਾਮ ਧਰਮ ਹੈ। ਇਫ ਵੀ ਡੋਂਟ ਹੈਵ, ਜਦੋਂ ਰੂਟਸ ਹੀ ਨਹੀਂ ਹੈਗੇ, ਬੂਟਾ ਕਿੱਥੋਂ ਪੈਦਾ ਹੋਏਗਾ? ਇਸ ਕਰਕੇ ਜਦੋਂ ਧਰਮ ਸਿਰਫ ਕਿਸੇ ਖਾਸ ਭੇਖ ਪਹਿਰਾਵੇ 'ਚ ਰਹਿ ਜਾਂਦਾ ਹੈ ਤੇ ਉਹਦੇ ਪਿਛਲਾ ਜਿਹੜਾ ਉਹਦਾ ਰੂਟ ਹੈ ਉਹ ਨਹੀਂ ਪਕੜ ਪਾਉਂਦੇ, ਫਿਰ ਪਤਿਤ ਦੀ ਪਰਿਭਾਸ਼ਾ ਬਦਲ ਜਾਂਦੀ ਸਾਡੇ ਵਾਸਤੇ। ਐਕਚੁਅਲ ਲੈਵਲ ਤੇ ਪਤਿਤ ਪੁਣਾ ਜਿਹੜਾ ਆ, ਇਹ ਕਿਸੇ ਲੈਵਲ ਤੋਂ ਵੀ ਤਵਾਜ਼ਨ ਤੋਂ ਥੱਲੇ ਡਿੱਗ ਜਾਣਾ। ਬਸ ਇਹਨੂੰ ਇਸ ਤਰ੍ਹਾਂ ਪਕੜ ਲਈਏ। ਜਦੋਂ ਅਸੀਂ ਸਿੱਖੀ ਆਸ਼ੇ ਦੇ ਵਿੱਚ ਪ੍ਰਣਾ ਜਾਵਾਂਗੇ, ਮੈਨੂੰ ਸਪੋਜ਼ ਕਰੋ ਮੈਨੂੰ ਮੇਰੇ ਗੁਰੂ ਨਾਲ ਇਸ਼ਕ ਹੈ, ਮੈਨੂੰ ਗੁਰੂ ਨਾਨਕ ਸਾਹਿਬ ਚੰਗੇ ਲੱਗਦੇ ਨੇ, ਡੈਫੀਨੇਟਲੀ I'm going to follow the path of Guru Nanak. ਗੁਰੂ ਨਾਨਕ ਨੇ ਕੀ ਦੱਸਿਆ ਸਾਨੂੰ? ਕੀਰਤਨ ਸੁਣੋ, ਕੀਰਤਨ ਕਰੋ, ਸੰਗਤ ਕਰੋ। I will follow this kind of way of life. ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮੇਰਾ ਆਈਡੀਅਲ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਮੇਰੇ ਵਾਸਤੇ ਕਿ ਜਿਹੜਾ ਹੈਗਾ ਪਾਂਚੋਂ ਕਕਾਰ ਦੀਏ, ਪਾਂਚੋਂ ਪੜੀ ਥੀ ਬਾਣੀ। ਮੈਨੂੰ ਇਸ਼ਕ ਹੋਏਗਾ ਉਹਦੇ ਨਾਲ, ਉਹਨੂੰ ਪਾਲਦਿਆਂ ਹੋਇਆਂ ਇੱਕ ਹਾਇਰ ਲੈਵਲ ਦੀ ਖੁਸ਼ੀ ਆਏਗੀ। ਇੱਥੇ ਆਹ ਚੀਜ਼ ਆ, ਇਹ ਕਿਸੇ ਸਨੇਹ, ਖਲੂਸ, ਮੁਹੱਬਤ ਉਹਦੇ ਚੋਂ ਪੈਦਾ ਹੋਇਆ। ਇੱਥੇ ਫਿਰ ਬੰਦਾ, ਉਹਦੇ ਕੋਲ ਕੋਈ ਚੋਇਸ ਹੋਏ ਨਾ ਹੋਏ, ਕੋਈ ਉਹਨੂੰ ਕਿਸੇ ਲੈਵਲ ਤੇ ਕਿਸੇ ਤਰੀਕੇ ਦੀ ਵੀ ਮਤਲਬ ਹਾਈਐਸਟ ਲੈਵਲ ਆਫ ਫੀਸ ਵੀ ਪੇ ਕਰਨੀ ਪਏ। ਭਾਈ ਤਾਰੂ ਸਿੰਘ ਉਹ ਕਹਿੰਦਾ ਨਥਿੰਗ, ਇਟਸ ਨਾਟ ਅ ਬਿਗ ਡੀਲ if I am following my Guru's path, that's more than enough for me. ਫਿਰ ਇੱਥੇ ਜਾ ਕੇ ਆਹ ਚੀਜ਼ ਆਉਂਦੀ ਹੈ। ਗੁਰੂ ਅਰਜਨ ਸਾਹਿਬ ਜੋ ਇੱਥੇ ਬਚਨ ਕਹਿ ਰਹੇ ਨੇ, ਪਤਿਤ ਪਾਵਨ ਹਰਿ ਨਾਮਾ। ਮੈਨੂੰ ਕਿਸੇ ਵੀ ਲੈਵਲ ਤੋਂ ਡਿੱਗਣ ਤੋਂ ਬਚਾਉਣ ਵਾਸਤੇ ਜਿਹੜੀ ਚੀਜ਼ ਨੇ ਸਪੋਰਟ ਕਰਨੀ ਉਹ ਹਰੀ ਨਾਮ ਹੈ, ਭਜਨ ਬੰਦਗੀ।
ਅਦਰਵਾਈਜ਼ ਹੋ ਸਕਦਾ ਹੈ ਮੈਂ ਆਪਣੇ ਗੁਨਾਹ ਕਰਕੇ ਡਿੱਗ ਜਾਵਾਂ। ਅੱਜ ਦੇ ਸਮਾਜਾਂ ਵਿੱਚ ਤੇ ਇਨਫਲੂਐਂਸ ਇਤਨਾ ਜ਼ਿਆਦਾ ਆ, ਬੰਦਾ ਹਰ ਵਕਤ ਸਕਰੀਨ ਦੇਖ ਰਿਹਾ, ਹਰ ਵਕਤ ਚੀਜ਼ਾਂ ਆਲੇ ਦੁਆਲੇ ਵੇਖ ਰਿਹਾ। ਜਿਸ ਲੈਵਲ 'ਤੇ ਦੂਸਰਾ ਸਮਾਜ ਚੱਲ ਰਿਹਾ, ਬੰਦਾ ਐਥੀਕਲੀ ਆ ਜਾਂਦਾ ਥੱਲੇ ਲੋਅਰ ਲੈਵਲ 'ਤੇ। ਇਹ ਕਮਾਲ ਇਹ ਹੈ, ਮੈਂ ਖੁਦ ਕੈਨਨ ਆਫ ਐਥਿਕਸ ਆਏ ਸਾਲ ਸਿਗਨੇਚਰ ਕਰਦਾ, ਸਾਈਨ ਕਰਦਾ ਇਨ ਕਾਉਂਸਲਿੰਗ ਫੀਲਡ, ਬਿਕੋਜ਼ ਜਿਹੜੀਆਂ ਰੈਗੂਲੇਟਰੀ ਬਾਡੀਜ਼ ਹੈਗੀਆਂ ਨੇ ਉਹ ਸਾਨੂੰ ਸਾਲ ਬਾਅਦ ਸਪੈਸ਼ਲ ਪੜ੍ਹਾਉਂਦੀਆਂ ਨੇ। ਪੜ੍ਹ ਸਾਰਾ ਇਕੱਲਾ ਉਹ ਨਹੀਂ ਪੜ੍ਹਨਾ, ਉਹਦੇ ਨਾਲ ਹੋਰ ਲਿਟਰੇਚਰ ਹੁੰਦਾ ਉਹ ਪੜ੍ਹੋ, ਪੜ੍ਹ ਕੇ ਸਾਈਨ ਕਰੋ। ਯੂ ਹੈਵ ਰੈਡ ਇਟ, ਯੂ ਆਰ agreeing on it, yes, I will follow these instructions from deep of my heart। ਇਹ ਚੀਜ਼ ਹੁੰਦੀ ਹੈ। ਜਿੰਨੇ ਐਥਿਕਸ ਅੱਜ ਪੜ੍ਹਾਏ ਜਾਂਦੇ ਨੇ, ਮੇਰੇ ਕੋਲ ਇੱਕ ਰਿਓਟਪਾ ਯੂਨੀਵਰਸਿਟੀ ਤੋਂ ਮੈਡੀਕਲ ਸਕੂਲ ਤੋਂ ਇੱਕ ਐਥਿਕਸ ਪੜ੍ਹਾਉਣ ਵਾਲੀ ਤੇ ਪ੍ਰੋਫੈਸਰ ਆਈ ਸੀ, ਬਾਤ ਹੀ ਤੇ ਬੜੀ ਸਾਂਝ ਬਣ ਗਈ ਸਾਡੀ ਉਹਦੇ ਨਾਲ। ਤਾਂ ਪਹਿਲੀ ਵਾਰੀ ਕੋਈ ਪ੍ਰੋਜੈਕਟ ਕਰ ਰਹੀ ਸੀ ਉੱਤੇ ਮੈਡੀਕਲ ਐਂਡ ਰਿਲੀਜਨ ਇਹਦੇ ਕੁਝ ਉਹਦੇ ਵਿੱਚ ਉਹਦੀ ਰਿਸਰਚ ਦਾ ਕਾਰਜ ਸੀਗਾ। ਤਾਂ ਬਾਈ ਚਾਂਸ ਇੱਥੇ ਅਸੀਂ ਇੱਥੇ ਆਫਿਸ 'ਚ ਬੈਠੇ ਰਹੇ ਗੁਰਦੁਆਰਾ ਸਾਹਿਬ ਮੇਨ ਆਫਿਸ ਦੇ ਵਿੱਚ, ਐਂਡ ਵੀ ਵਰ ਡਿਸਕਸਿੰਗ, ਐਂਡ somehow one of our actually person who was also involved in that talk, he was saying to that professor, I think your job is not that hard, you were just teaching the same kind of ethics to students every year or every semester. Okay, no, Mr. Singh, you have no idea. This is the hardest part of actually the whole university's job which I have. What? ਕਹਿੰਦੀ ਤੁਸੀਂ ਮੈਡੀਕਲ ਟ੍ਰੇਨਿੰਗ ਦੇਣੀ ਹੈ, ਕੁਝ ਪ੍ਰੈਕਟੀਕਲ ਚੀਜ਼ਾਂ ਸਿਖਾਉਣੀਆਂ ਨੇ, ਖਾਸ ਕਰਕੇ ਮੈਡੀਕਲ ਵਰਲਡ ਦੇ ਵਿੱਚ। ਇਹ ਤਾਂ ਰੂਟੀਨ ਦੀ ਜੋਬ ਆ, ਪ੍ਰੋਫੈਸਰ ਸਿਖਾ ਰਹੇ ਨੇ, ਉਹ ਪ੍ਰੈਕਟਿਸ ਕਰ ਰਹੇ ਨੇ ਸਭ ਕੁਛ, ਇਹ ਜੋ ਸਿੱਖ ਵੀ ਰਹੇ ਨੇ, ਕਿਉਂਕਿ ਇਹਦੇ ਬੇਸ ਤੋਂ ਉਹਨਾਂ ਨੂੰ ਸਕਿਲਡ ਹੋਣਾ, ਉਹਨਾਂ ਨੇ ਮਨੀ ਬਣਾਉਣੀ ਹੈ, ਸਭ ਚੀਜ਼ਾਂ ਨੇ। ਜਿਹੜੀ ਚੀਜ਼ ਉਹਨਾਂ ਨੂੰ ਬਾਉਂਡ ਕਰਨਾ ਆ ਉਹ ਹੈਗਾ ਜਿਹੜੀਆਂ ਹਿਊਮੈਨਿਟੇਰੀਅਨ ਸਾਈਡ ਤੋਂ ਡਿਊਟੀਜ਼ ਨੇ ਉਹਨਾਂ ਦੀਆਂ। ਦੈਟਸ ਹਾਰਡ, ਕਿਉਂਕਿ ਉਹਨਾਂ ਦੇ ਅੰਦਰ ਹੀ ਸਟਰਗਲ ਚੱਲ ਰਹੀ ਹੈ, ਦਵੰਦ ਚੱਲ ਰਿਹਾ, ਡੁਐਲਿਟੀ, ਪੈਸੇ, ਮਨੀ, ਪਾਵਰ ਐਂਡ ਸਮ ਅਦਰ ਸੋਰਟ ਆਫ ਥਿੰਗਸ। ਉਹਦੇ ਮੁਕਾਬਲਤਨ ਉਹਨਾਂ ਨੇ ਐਥਿਕਸ ਨੂੰ ਚੂਜ਼ ਕਰਨਾ ਹੈ। ਵਟ ਡੂ ਯੂ ਥਿੰਕ, ਵਟ ਦੇ ਗੋਨਾ ਪ੍ਰੈਫਰ, ਮਨੀ ਔਰ ਜਸਟ ਪ੍ਰਿੰਸੀਪਲਸ? Definitely money. So how we are going to actually make them aware about it? ਇਹ ਤੇ ਬੜੀ ਹਾਰਡ ਜੌਬ ਆ। ਹਾਂ ਬੜੀ ਹਾਰਡ ਜੌਬ ਹੈ। ਇਸੇ ਕਰਕੇ ਗੁਰੂ ਬਾਬਾ ਜੀ ਨੇ ਨਾਮ ਦੀ ਦਾਤ ਦਿੱਤੀ, ਈਜ਼ੀ ਕਰ ਦਿੱਤੀ ਤੁਹਾਡੇ ਵਾਸਤੇ। ਰੋਜ਼ ਪੜ੍ਹੋਗੇ, ਰੋਜ਼ ਗਾਓਗੇ, ਰੋਜ਼ ਅਲਾਪੋਗੇ, ਅੰਦਰੋਂ ਮਨ ਜਾਗ ਜਾਏਗਾ। ਜਾਗਿਆ ਹੋਇਆ ਮਨ ਕਹੇਗਾ ਨਾ, ਪਤਿਤ ਨਹੀਂ ਹੋਣਾ, ਪਾਵਨ ਹੋਣਾ ਹੈ ਨਹੀਂ ਕਮਾਲ? ਸੈਲਫ ਆਪਰੇਟਿੰਗ ਸਿਸਟਮ ਚੱਲੇਗਾ ਅੰਦਰ, ਆਪਣੇ ਆਪ ਦੱਸੀ ਜਾਏਗਾ ਬੰਦੇ ਨੇ ਅੱਖਾਂ ਨਾਲ ਕੀ ਵੇਖਣਾ ਹੈ, ਕੰਨਾਂ ਨਾਲ ਕੀ ਸੁਣਨਾ ਹੈ, ਮੂੰਹ ਨਾਲ ਕੀ ਬੋਲਣਾ ਹੈ, ਹੱਥਾਂ ਨਾਲ ਕੀ ਕਰਨਾ ਹੈ। ਆ ਚੀਜ਼ ਹੈ, ਇਹ ਹੈ ਪਤਿਤ ਪਾਵਨ ਹਰੀਨਾਮਾ। ਹਰੀਨਾਮ ਐਵੇਂ ਕੰਮ ਕਰਦਾ ਅੰਦਰ, ਜਿਹਨੂੰ ਕਹਿ ਲਓ ਕਿ ਇੱਕ ਜਿਵੇਂ ਐਂਟੀ ਵਾਇਰਸ ਸੌਫਟਵੇਅਰ ਨਹੀਂ ਪਾ ਦਿੰਦੇ ਕੰਪਿਊਟਰ ਦੇ ਵਿੱਚ, ਦੈਟ ਇਜ਼ ਐਕਚੁਅਲੀ ਹਰੀਨਾਮਾ। We try to put something in our mind, something in our actually conscious, something in our ਜਿਹੜਾ ਹੈਗਾ ਉਸ ਲੈਵਲ ਦੇ ਉੱਤੇ, ਤਾਂ ਕਿ ਜਦੋਂ ਉਹ ਚੀਜ਼ਾਂ ਹੋਣ ਤੇ ਉਹ ਆਪਣੇ ਆਪ ਡਿਟੈਕਟ ਕਰਨੀ ਸ਼ੁਰੂ ਕਰ ਦੇ ਵੀ ਨੋ ਦੈਟ ਇਜ਼, ਇਹ ਥਾਟ ਨਹੀਂ ਇੱਥੇ ਆਉਣਾ ਚਾਹੀਦਾ। ਕਿਉਂਕਿ ਐਂਡ ਆਫ ਦਾ ਡੇ ਥਾਟ ਜਿਹੜਾ ਆ ਇਹ ਬਰਬਾਦ ਕਰ ਦੇਗਾ, ਤਬਾਹ ਕਰ ਦੇਗਾ। ਆਹ ਚੀਜ਼ ਲਗਾਤਾਰ ਚੱਲੇਗੀ ਉਸ ਰੂਪ ਦੇ ਵਿੱਚ। ਪਤਿਤ ਪਾਵਨ ਹਰਿਨਾਮਾ ਪੂਰਨ ਸੰਤ ਜਨਾ ਕੇ ਕਾਮਾ। ਪਰ ਇਹ ਚੀਜ਼ ਸੰਤਾਂ ਲਈ ਹੈ, ਕਿਉਂਕਿ ਸੰਤ ਹਰ ਬੰਦਾ ਸੰਤ ਨਹੀਂ ਗਾ। ਇਹੀ ਗੁਰਮਤਿ ਨੇ ਵਾਰ-ਵਾਰ ਦੱਸਿਆ ਸਾਨੂੰ ਕਿ ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਟ ਕਰ ਰਹੀ ਹੈ। ਚੰਗੀ ਗੱਲ ਕਹਿਣ ਸੁਣਨ ਦਾ ਸਵਾਦ ਵੀ ਉੱਥੇ ਹੀ ਹੈ ਜਿੱਥੇ ਕੋਈ ਸੰਤ ਬਿਰਤੀ ਹੈ। ਮਿਲੇ ਅਸੰਤ, ਜਿਹੜਾ ਜਿਹਦੇ ਚ ਜ਼ੋਰ ਹੀ ਅਸੰਤ ਨੇ ਪਾ ਲਿਆ ਹੈ, ਮਸਟ ਕਰ ਰਹੀ ਹੈ, ਚੁੱਪ ਹੋ ਜਾਓ।
क्योंकि उस चीज़ की वो गाहकी नहीं है, उन्होंने एहसास नहीं इस गल का। सो बाबा जी ने बचन किया, पूर्ण संत जना के कामा, जिहड़े संत बिरती विच रहण वाले लोग ने उन्हां दे काम फिर सारे पूरे हो जाते हैं। काम पूरे किद्दां हो गए? एक्चुअली काम का मतलब ही समझो, समथिंग विच इज़ नॉट गोइंग टू कंप्लीट एट ऑल, दैट इज़ कम, कमी आ दे च। असी इन्हां समाजां संसार दे विच जिथे रह रहे हैं, इहदे च असी कुछ प्लानिंग करते हैं, कुछ अपने टारगेट सैट करते हैं, कुछ ऑब्जैक्टिव्स बनाने हैं, एंड वी ट्राई टू अचीव दैम। सम टाइम वी एक्चुअली अचीव दैम, सम टाइम वी टोटली नॉट इवन गोट क्लोज टू दैम। ਉਹਦੇ 'ਚ ਫਿਰ लोग कई बार फेलियर ਕੱਢਦੇ, इस सब चीज़ां करते। सिक्खी आशे ਦੇ ਵਿੱਚ ਜਿਹੜਾ ऑब्जैक्टिव है वो हैगा एथिकली साउंड होना, ਜਿਹੜੀ इंटीग्रिटी है, ट्रुथफुलनेस है, ये कंप्रोमाइज़ नहीं होनी चाहिए। बाकी जो होए सो होए, बाकी तो कुछ भी ना बंदा पूरा करने वास्ते आया धरती ते, ना कभी पूरा होना है। आप तो आप ही नहीं पूरे, थे आप किसी ने पूरा की करना है। ड्यूटी है आप अपनी पूरी उस तरीके निभानी है, दैट्स इट। हाँ, जिहड़ा संत बिरती है वो काम पूरे ने, क्योंकि उन्होंने एहसास आ अनएथिकल करने कुछ नहीं। नॉन प्रिंसीपल बेस्ड लाइफ जिहड़ा किसी किस्म की चीज़ उन्होंने अडॉप्ट ही नहीं करना। जिथे द लाइन ऑफ जिहड़ी ट्रुथफुलनेस दी है उन्होंने ब्रेक नहीं करना, तोड़ना ही नहीं। उन्होंने ਉਹਦੇ ਕੰਮ ਕਿਵੇਂ ਅਧੂਰੇ ਰਹਿਣਗੇ? ਸੰਤ ਬਿਰਤੀ ਦੇ ਕੰਮ ਆਪੇ ਪੂਰੇ ਹੋਣਗੇ, ਕਿਉਂਕਿ ਉਹਨੇ ਆਪਣਾ ਕ੍ਰਾਈਟੇਰੀਆ ਸੈੱਟ ਕਰ ਲਿਆ। ਉਹਨੇ ਬਿਲਕੁਲ ਸਹੀ ਰੂਪ ਵਿੱਚ ਕਹਿ ਦਿੱਤਾ ਹੈ। ਸਭ ਨੇ ਕਿਹਾ ਪੂਰਨ ਸੰਤ ਜਨਾਂ ਕੇ ਕਾਮਾ, ਗੁਰ ਸੰਤ ਪਾਇਆ ਪ੍ਰਭ ਤੇ ਆਇਆ, ਸਗਲ ਇੱਛਾ ਪੁੰਨੀਆਂ। ਸਗਲ ਇੱਛਾ ਪੁੰਨੀਆਂ ਕਿੱਡੀ ਵੱਡੀ ਗੱਲ ਹੈ। ਕਿੱਥੇ ਸਗਲ ਇੱਛਾਵਾਂ ਪੂਰੀਆਂ ਹੁੰਦੀਆਂ? ਬੰਦਾ ਤੇ ਹਸਰਤਾਂ ਲੈ ਕੇ ਤੁਰਿਆ ਫਿਰਦਾ ਹੈ, ਡਿਜ਼ਾਇਰਸ ਵਿਚ ਨੈਵਰ ਐਕਚੁਅਲੀ got fulfilled, and due to that you can say lacking, person is full with bitterness. ये bitterness ही बंदा क्रिएट अपने अंदर लैके बैठा है। बचपन दी ख्वाहिशां पूरियां नहीं हुई, जवानी नहीं चंगी लग रही, ना 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 की करांगा जी के, क्यों? क्योंकि समथिंग वाज नॉट गुड हैपनिंग इन माई चाइल्डहुड पीरियड। ओ माई गॉश, जवानी च कुछ जो चाहया सी नहीं होया, हुण बंदा कहंदा नथिंग इज अपीलिंग टू मी, कुछ भी चंगा नहीं है। लोग कहते नो नो मूव ऑन, लाइफ इज फुल विद एक्चुअली सो मैनी यू कैन से ग्लोरी एंड सो मैनी गुड स्टफ, सो कीप ऑन मूविंग। वो कहता हू केयर, मैं तो उत्थे वो जिहड़ी पिछे वापरिया ਉਹਦੇ ਚੋਂ ਮੈਨੂੰ तो खुशी नहीं हैगी, मैं अगे जाके खुशी की लवांगा। इच्छावां ये ने, मतलब इच्छा कली ये नहीं होंदी कि बंदे च एक ख्वाहिश है, जो ख्वाहिश पूरी नहीं हुई ਉਹਦੇ ਨਾਲ दूसरी नहीं, फिर तीसरी, फिर चौथी, फिर बंदा कई बार पुलंदा ही पट्ठा कर लेंदा। बस मैं एडिक्शन की गल कर रहा, वड्डे लैवल ते जिहड़ी सबसटेंस इनटेक आ, ਉਹਦੇ ਚ ਬੰਦਾ ਆਪਣੇ ਫੇਲੀਅਰ ਨੂੰ ਜਦੋਂ ਸਾਹਮਣੇ ਵੇਖਦਾ ਉਹਨੂੰ ਫੇਸ ਨਹੀਂ ਕਰ ਪਾਉਂਦਾ। ਇੰਨਾ ਵੱਡਾ, ਇੰਨਾ ਮਤਲਬ ਜਾਇੰਟ ਐਲੀਫੈਂਟ ਆ, ਬੰਦੇ ਨੂੰ ਡਰਾਉਂਦਾ। ਬੰਦਾ ਕਹਿੰਦਾ ਨੋ ਨੋ ਆਈ ਵਾਂਟ ਐਸਕੇਪ, ਸੋ ਵੇਅਰ ਕੈਨ ਆਈ ਐਸਕੇਪ? I have to go my actually home, I have to sleep, I have to work, but there must be some space, some times when I can escape from all that thinking, that stuff. That is drinking, that is actually some kind of substance using, because after actually making that intake of that substance I feel totally different. That kind of burden, what is this? ये है जिहड़ियां इच्छावां तंग कर रही लगातार। बाबा जी ने बयान किया, जदों समझ आ गई, पता लगा गुरु संत पाया प्रभ ते आया, सगल इच्छा पुन्नियां। जिन्हों साहब ने इस तरह बयान किया सी ना, किसी दिन डिटेल च डिस्कस कर लांगे शब्द। भाग होवा गुरु संत मिलाया, प्रभ अविनाशी घर मैं पाया। हुण उस गुरु संत की गल हो रही है इत्थे। इत्थे क्या गुरु अर्जन साहब के शब्द हो भी, गुरु संत पाया प्रभ ते आया, सगल इच्छा पुन्नियां। फिर क्या, हाउ ताप बिन से, बाहरले ताप नहीं है। ये तो जीवन चलद्या फिरद्या
ਤਾਪ ਸੰਤਾਪ ਲੱਗਣੇ, ਨਜ਼ਲਾ ਜ਼ੁਕਾਮ ਬੁਖਾਰ, ਇਹ ਤਾਂ ਜ਼ਿੰਦਗੀ ਦਾ ਹਿੱਸਾ ਆ। ਜਿਹੜਾ ਤਾਪ ਸਭ ਤੋਂ ਮਾੜਾ ਆ, ਇੱਕ ਵਾਰੀ ਚੜ੍ਹਦਾ ਹੈ ਤੇ ਉਤਰਦਾ ਹੀ ਨਹੀਂ। ਤੇ ਕਈ ਵਾਰੀ ਜੀਵਨ 'ਚ ਸ਼ੁਰੂਆਤ ਹੀ ਤਾਪ ਚੜ੍ਹ ਕੇ ਹੁੰਦੀ ਤੇ ਮੁੱਕਦਾ ਵੀ, ਜੀਵਨ ਮੁੱਕ ਜਾਂਦਾ, ਉਹ ਨਹੀਂ ਮੁੱਕਦਾ, ਉਹ ਤਾਪ ਨਾਲ ਹੀ ਰਹਿੰਦਾ। ਜਿਹਨੂੰ ਸਾਹਿਬ ਨੇ ਕਿਹਾ ਹਉਮੈ ਦੀਰਘ ਰੋਗ ਹੈ, ਉਹ ਤਾਪ, ਹਉ ਦਾ ਤਾਪ ਚੜਿਆ ਆ, ਕਿਉਂ ਨਾਲ ਹੀ ਤੁਰਿਆ ਜਾਂਦਾ, ਨਾਲ ਹੀ ਤੁਰਿਆ ਜਾਂਦਾ। ਸਭ ਕਹਿੰਦੇ ਹਉ ਤਾਪ ਬਿਨਸੇ ਸਦਾ ਸਰਸੇ। ਸਦਾ ਸਰਸੇ ਤੁਹਾਨੂੰ ਦੋ ਤਰ੍ਹਾਂ ਦੇ ਲੋਕ ਮਿਲਣਗੇ, ਮਤਲਬ ਜਿਹੜੀ ਤੁਰਿਆ ਅਵਸਥਾ ਹੈ ਤੇ ਬੜੀ ਹਾਇਰ ਲੈਵਲ ਦੀ ਹੈ। ਬਟ we can easily find out two type of people. One who are kind of ਜਿਹੜੇ ਮੂਡ ਸਵਿੰਗ ਕਰਨੇ 'ਚ ਜੀਂਦੇ ਨੇ। ਅਸੀਂ ਮੋਸਟਲੀ ਇਹਦੇ 'ਚ ਹਾਂ, ਕਦੀ ਅਸੀਂ ਇਸ ਲੈਵਲ ਤੇ ਹੁੰਦੇ ਹਾਂ, ਕਦੀ ਇੱਥੇ ਹੁੰਦੇ ਹਾਂ। ਕਬਹੂ ਜੀੜਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ। ਇਹ ਆਈਡੀਅਲ ਤੇ ਅਵਸਥਾ ਨਹੀਂ ਹੈਗੀ, ਪਰ ਚਲੋ ਸਮ ਟਾਈਮ we have our own kind of ideas, our own kind of time, we're happy. But most of the time we don't have everything according to our own plans, so that's why we're sad. ਇੱਕ ਤੇ ਹੈ, ਇੱਕ ਦੂਸਰੇ ਤਰ੍ਹਾਂ ਦੇ ਲੋਕ ਨੇ ਜਿਹੜੇ ਹਰ ਵਕਤ ਹੀ ਸੈਡ ਨੇ, ਜਿਹੜੇ ਸਵਿੰਗ ਹੀ ਨਹੀਂ ਕਰਦਾ ਮੂਡ। ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਜਿੰਨੇ ਮੈਂਟਲ ਡਿਸਆਰਡਰ ਦੀਆਂ ਗੱਲਾਂ ਹੁੰਦੀਆਂ ਨੇ ਇੱਧਰੋਂ ਆਉਂਦੀਆਂ ਨੇ। ਫਿਰ ਸਾਹਿਬ ਨੇ ਬਿਆਨ ਕੀਤਾ ਕਿ ਹਕੀਕਤ ਇਹ ਹੈ, ਹਉ ਤਾਪ ਬਿਨਸੇ ਸਦਾ ਸਰਸੇ। ਸਰਸੇ, ਰਸ ਨਾਲ ਭਰਿਆ ਹੋਇਆ ਜੀਵਨ, ਬੇਰਸੀ ਅੰਦਰ ਨਹੀਂ ਹੈ। ਤਕਲੀਫ ਦੁੱਖ ਸਭ ਚੀਜ਼ਾਂ ਹੈਗੀਆਂ ਨੇ, ਪਰ ਅੰਦਰ ਦੇ ਜੀਵਨ ਦਾ ਜਿਹੜਾ ਖੁਸ਼ਨੁਮਾ ਅਹਿਸਾਸ ਹੈ ਉਹ ਹਰ ਵਕਤ ਜ਼ਿੰਦਾ ਆ। ਪ੍ਰਭੂ ਮਿਲੇ ਚਿਰੀ ਵਿਛੁੰਨੇ ਆ, ਚਿਰਾਂ ਤੋਂ ਵਿਛੜੀ ਹੋਈ ਰੂਹ ਨੂੰ ਪ੍ਰਭੂ ਮਿਲ ਗਿਆ। ਸਿਮਰਨ ਦੀ ਬਰਕਤ ਹੈ। ਇਹ ਚੀਜ਼ਾਂ ਐਕਸਪੀਰੀਅੰਸ ਨਾਲ ਹੀ ਆਉਂਦੀਆਂ ਨੇ, ਜਿਵੇਂ ਜਿਵੇਂ ਬਾਣੀ ਕਹਿੰਦੀ ਹੈ, ਜੇ ਬੰਦਾ ਫੋਲੋ ਕਰੀ ਜਾਏ ਤੇ। ਮਨ ਸ਼ਾਂਤ ਆਈ ਵਜੀ ਵਧਾਈ, ਮਨੋਂ ਕਦੇ ਨਾ ਵਿਸਰੈ। ਪਰ ਇੱਕ ਲੈਵਲ ਹੈ, when we're not just talking about peace of mind, we attain it, we experience it, we demonstrate it. And here Baba ji saying ਮਨ ਸ਼ਾਂਤ ਆਈ and ਵਜੀ ਵਧਾਈ, ਵਧਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ। ਮਨੋਂ ਕਦੇ ਨਾ ਵਿਸਰੈ, ਫਿਰ ਕਦੀ ਉਹਦਾ ਵਸਾਰਾ ਹੁੰਦਾ ਹੀ ਨਹੀਂ ਮਨ ਦੇ ਵਿੱਚੋਂ। ਬਿਨਵੰਤ ਨਾਨਕ ਸਤਿਗੁਰ ਦਿਰੜਾਇਆ, ਸਦਾ ਭਜ ਜਗਦੀਸ਼ ਰਹਿ। ਇਹ ਨਾਨਕ, ਇਹ ਅਰਜ਼ੋਈ ਕਰ ਕਿ ਮੇਰੇ ਗੁਰੂ ਨੇ ਮੈਨੂੰ ਇਹ ਚੀਜ਼ ਦ੍ਰਿੜ ਕਰਾ ਦਿੱਤੀ ਹੈ, ਸਦਾ ਭਜ ਜਗਦੀਸ਼ ਰਹਿ। ਜਿਹੜਾ ਜਗਤ ਦਾ ਈਸ਼ਵਰ ਹੈ, ਉਹਦੀ ਸਦਾ ਤੋਂ ਲੈ ਕੇ ਸਦਾ ਤੱਕ ਭਜਨ ਬੰਦਗੀ ਕਰਨੀ ਹੈ, ਉਹਦੇ ਅਹਿਸਾਸ ਵਿੱਚ ਜੀਣਾ ਹੈ। ਸਭ ਰਹਿਮਤ ਕਰਨੇ ਨਾਲ ਆਲਮੀ ਵਾਕਾਂ 'ਚੋਂ ਚੰਗੇਰੀ ਪ੍ਰੇਰਨਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ। ਇੰਡੀਆ ਦੇ ਵਿੱਚ ਜੋ ਕਿਸਾਨ ਮਾਈ ਭਾਈ ਆਪਣੇ ਸੰਘਰਸ਼ ਕਰ ਰਹੇ ਨੇ, ਜੂਝ ਰਹੇ ਨੇ, ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਦੇ, ਉਹਨਾਂ ਨੂੰ ਸਫਲਤਾ ਮਿਲੇ, ਇਹ ਦਿਲੀ ਅਰਦਾਸ ਆ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਸਭ ਪ੍ਰੇਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।